किसान अंदोलन दे विच खेती कानून रद्द करवाउण दी लड़ाई दे चलदिआं शहादतां होईआं ने ते किसान किरतियां दी दिवाली है जिहड़ी इस करके फिक्की पै जांदी है। क्या जिंदगी का कुछ नहीं है। 6 दसंबर ਨੂੰ ਇਕੱਠੇ ਹੋ ਕੇ खुद आप इकट्ठे करके पिंड चों ट्रैक्टर ट्राली लेके आप गया है। तो लगे कहने भी चल तू चाचा तू भी चल का चाचा ਆਪਾਂ ਕੱਲ ਨੂੰ ਚੱਲਾਂਗੇ। ਬਾਪੂ ਜੀ ਦੀ ਸ਼ਹਾਦਤ ਹੋਈ ਤੁਹਾਨੂੰ ਜਦੋਂ ਪਤਾ ਲੱਗਿਆ ਖੇਤੀ ਕਾਨੂੰਨਾਂ ਤੇ ਤੁਸੀਂ ਵੀ ਬਾਪੂ ਜੀ ਨਾਲ ਗਏ ਹੋਵੋਗੇ ਸਿੰਘੂ ਬਾਰਡਰ ਤੇ, ਤਾਂ ਕਿਸ ਤਰ੍ਹਾਂ ਦਾ ਮਾਹੌਲ ਰਿਹਾ ਉੱਥੇ? ਦਾਦਾ ਜੀ ਦੀ ਸ਼ਹਾਦਤ ਤੋਂ ਬਾਅਦ ਮੈਂ ਉੱਥੇ ਗਿਆ ਸੀ ਜਨਵਰੀ ਮਹੀਨੇ 'ਚ ਦਾਦਾ ਜੀ ਦੇ ਭੋਗ ਤੋਂ ਬਾਅਦ। ਫਿਰ ਮੈਂ ਉੱਥੇ ਦੇਖਿਆ ਵੀ ਜਿਹੜੇ ਕਿਸਾਨ ਲੜ ਰਹੇ ਨੇ ਕਹਿੰਦੇ ਡਟ ਕੇ ਬੈਠੇ ਨੇ ਉੱਥੇ, ਆਪਣੇ ਪੱਕੇ ਮਕਾਨ ਬਣਾਏ ਹੋਏ ਨੇ। ਸਾਨੂੰ ਗੇੜੇ ਮਾਰੀ ਜਾਣਾ, ਸਾਈਕਲ ਪਰ ਜਾਣਾ, ਖੇਤਾਂ ਮੋਗੇ ਸਾਰੇ ਜਾਣਾ। ਹਰ ਮੋੜ ਤੇ ਸਲੀਬਾਂ, ਹਰ ਪੈਰ ਤੇ ਹਨੇਰਾ, ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਵੇਖ ਜ਼ੇਰਾ। ਡਾਕਟਰ ਜਗਤਾਰ ਦੀਆਂ ਇਹ ਸਤਰਾਂ ਉਸ ਵੇਲੇ ਢੁਕਦੀਆਂ ਨੇ ਜਦੋਂ ਕਿਸਾਨੀ ਅੰਦੋਲਨ ਦੇ ਦੌਰਾਨ ਬਹੁਤ ਸਾਰੇ ਲੋਕ, ਜੁਝਾਰੂ ਲੋਕ ਅਜੇ ਵੀ ਲੜ ਰਹੇ ਨੇ ਕਿ ਅਸੀਂ ਆਪਣੇ ਹੱਕ ਲੈ ਕੇ ਰਹਾਂਗੇ। ਉਸੇ ਹੀ ਲੜੀ ਦੇ ਤਹਿਤ ਸਾਡਾ ਇੱਕ ਖਾਸ ਪ੍ਰੋਗਰਾਮ ਸਮਰਪਿਤ ਹੈ ਉਹਨਾਂ ਸ਼ਹੀਦਾਂ ਨੂੰ ਜਿਹੜੇ ਕਿਸਾਨ ਅੰਦੋਲਨ ਦੇ ਚਲਦਿਆਂ ਸ਼ਹਾਦਤ ਪਾ ਜਾਂਦੇ ਨੇ। ਤੇ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਮੋਹਾਲੀ ਦੇ ਪਿੰਡ ਕੰਡਾਲਾ, ਜਿਹੜਾ ਕਿ ਚੰਡੀਗੜ੍ਹ ਏਅਰਪੋਰਟ ਰੋਡ ਦੇ ਬਿਲਕੁਲ ਨਜ਼ਦੀਕ ਪੈਂਦਾ ਹੈ। ਇੱਕ ਸ਼ਹੀਦ ਹੋਏ ਕਿਸਾਨ ਗੁਰਮੀਤ ਸਿੰਘ ਸੰਧੂ, ਉਹਨਾਂ ਦਾ ਪਰਿਵਾਰ ਸਾਡੇ ਨਾਲ ਹੈ। ਅਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ, ਸ਼ਾਇਦ ਸਰਕਾਰ ਨੂੰ ਸਮਝ ਨਹੀਂ ਆ ਰਹੀ ਕਿ ਆਪਣਾ ਹੱਕ ਲੈਣ ਲਈ ਲੜ ਰਹੇ ਇਹਨਾਂ ਲੋਕਾਂ ਦੇ ਪਰਿਵਾਰਾਂ 'ਤੇ ਕੀ ਬੀਤਦੀ ਹੈ। ਮਾਯੂਸ ਚਿਹਰਿਆਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਕਿੰਨਾ ਦੁੱਖ ਹੈ, ਕਿੰਨਾ ਦਰਦ ਹੈ। ਅਸੀਂ ਇਸ ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ। ਉਹਨਾਂ ਦਾ ਇਹ ਛੋਟਾ ਜਿਹਾ ਨਿੱਕਾ ਜਿਹਾ ਪਰਿਵਾਰ ਹੈ ਗੁਰਮੀਤ ਸਿੰਘ ਦਾ, ਜਿਨ੍ਹਾਂ ਨੇ ਸ਼ਹਾਦਤ ਪਾਈ ਉਦੋਂ 15 ਦਸੰਬਰ 2020 ਨੂੰ। ਸ਼ੁਰੂਆਤੀ ਦਿਨ ਸੀ। ਜ਼ਿਲ੍ਹਾ ਮੋਹਾਲੀ ਦੇ ਪਹਿਲੇ ਸ਼ਹੀਦ ਨੇ ਕਿਸਾਨ ਗੁਰਮੀਤ ਸਿੰਘ, ਔਰ ਪੂਰੇ ਸਿੰਘੂ ਬਾਰਡਰ ਦੇ ਉੱਤੇ ਬੈਠੇ ਕਿਸਾਨਾਂ ਦੇ ਵਿੱਚੋਂ 10ਵੀਂ ਸ਼ਹਾਦਤ ਗੁਰਮੀਤ ਸਿੰਘ ਦੀ ਹੁੰਦੀ ਹੈ। ਸਭ ਤੋਂ ਪਹਿਲਾਂ ਉਹਨਾਂ ਦੇ ਇੱਧਰ ਬੇਟੇ ਨੇ, ਉਹ ਬੈਠੇ ਨੇ, ਨਾਲ ਹੀ ਉਹਨਾਂ ਦੀ ਪਤਨੀ ਜਸਪਾਲ ਕੌਰ ਬੇਬੇ ਜੀ, ਉਹ ਵੀ ਬੈਠੇ ਨੇ। ਉਹਨਾਂ ਦੇ ਪੋਤੇ ਨੇ 2, ਉਹ ਵੀ ਬੈਠੇ ਨੇ ਸਾਡੇ ਨਾਲ, ਔਰ ਉਹਨਾਂ ਦੇ ਪੁੱਤਰ ਵੀ ਸਾਡੇ ਨਾਲ ਨੇ। ਇਹਨਾਂ ਸਾਰਿਆਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਇਹਨਾਂ ਦੇ ਉੱਤੇ ਜਦੋਂ ਇਹਨਾਂ ਨੂੰ ਪਤਾ ਲੱਗਦਾ ਕਿ ਸ਼ਹਾਦਤ ਹੋ ਗਈ ਤਾਂ ਕੀ ਬੀਤੀ ਹੈ। ਬਾਈ ਜੀ, ਮੈਂ ਤੁਹਾਡੇ ਤੋਂ ਪਹਿਲਾਂ ਜਾਣਨਾ ਚਾਹੁੰਦਾ, ਬਾਪੂ ਜੀ ਹੋਰਾਂ ਦੀ ਸ਼ਹਾਦਤ ਹੁੰਦੀ ਹੈ, ਉਸ ਤੋਂ ਪਹਿਲਾਂ ਉਹਨਾਂ ਦਾ ਖੇਤੀ ਕਰਦਿਆਂ ਦਾ, ਕਿਸਾਨਾਂ ਦੇ ਅੰਦੋਲਨ ਵਿੱਚ ਸ਼ਮੂਲੀਅਤ ਕਰਨ ਦਾ ਕਿਸ ਤਰ੍ਹਾਂ ਦਾ ਤਜਰਬਾ ਸੀ? ਕੀ ਦੱਸਦੇ ਸੀ ਤੁਹਾਨੂੰ? ਕੋਈ ਯਾਦ ਜੁੜੀ ਹੋਵੇ ਤੁਹਾਡੀ? ਨਹੀਂ ਬਾ ਉਹਨਾਂ ਨੂੰ ਇਹੀ ਸੀ ਵੀ ਸਾਰਾ ਪੰਜਾਬ ਜਾ ਰਿਹਾ, ਜਿੱਦਾਂ ਵੀ ਸਾਡੇ ਵੀ ਸਾਨੂੰ ਵੀ ਜਾਣਾ ਚਾਹੀਦਾ। ਵੀ ਉਹ ਜਦੋਂ ਤਾਂ ਇੱਥੇ ਪਹਿਲਾਂ ਇੱਥੇ ਬਥੇਰਾ ਉਹਨਾਂ ਨੇ ਕਰਿਆ, ਜਦੋਂ ਰੇਲਾਂ ਰੋਕੀਆਂ ਸੀ ਜਾਣ ਵੇਲੇ। ਚਲੋ ਜਦੋਂ ਤਾਂ ਨਹੀਂ ਉਹ ਫਿਰ ਸਾਰਿਆਂ ਨੂੰ ਇਕੱਠੇ ਕਰਕੇ, ਮਤਲਬ ਕਈ ਜਣਿਆਂ ਨੂੰ ਕਿਹਾ ਵੀ ਚਲੋ ਆਪਾਂ ਵੀ ਚੱਲਦੇ ਹਾਂ, ਪੈਸੇ ਪੂਸੇ ਜੋ ਗਰਾਹੀ ਲਾਈ ਇਕੱਠੀ ਕਰਕੇ। ਫਿਰ ਉਹਨਾਂ ਨੇ ਤਿਆਰੀ ਵੀ ਕੀਤੀ ਆਪਣਾ। ਆਉਣ ਵਾਲੀ 5 ਦਸੰਬਰ ਨੂੰ ਸਾਲ ਹੋ ਜਾਣਾ ਘਰੋਂ ਗਿਆ ਨੂੰ। ਮਤਲਬ ਉਹ ਜਾਣ ਦੀ ਤਿਆਰੀ। ਬਾਰਡਰ ਤੇ ਗਏ ਸੀ ਦਿੱਲੀ? ਹਾਂਜੀ। ਪਹਿਲੇ 4 ਦਸੰਬਰ ਨੂੰ, ਹੁਣ ਜਿਸ ਦਿਨ ਦੀਵਾਲੀ ਹੈ, ਬਸ ਸਮਝ ਲਓ 11 ਮਹੀਨੇ ਪੂਰੇ ਹੋ ਜਾਣੇ ਉਹਨਾਂ ਨੂੰ ਘਰੋਂ ਗਿਆ ਨੂੰ। ਤਾਂ ਬਾਪੂ ਜੀ ਹੋਰਾਂ ਦੀ ਸ਼ਹਾਦਤ ਤਾਂ ਹੋ ਗਈ, ਉਹਨਾਂ ਦੀਆਂ ਕਿਹੜੀਆਂ ਗੱਲਾਂ ਨੇ ਘਰ ਵਿੱਚ ਕੰਮ ਕਰਦਿਆਂ ਵੀ ਚੇਤੇ ਆਉਂਦੀਆਂ ਵੀ ਜੇ ਉਹ ਹੁੰਦੇ ਤੇ ਸੌਖੇ ਹੁੰਦੇ ਅਸੀਂ? ਨਹੀਂ, ਹੁਣ ਸਾਰਾ ਵੇਲੇ ਹੁਣ ਬਿਜਾਈ ਦਾ ਟਾਈਮ ਹੈ, ਜੀਰੀ ਲਵਾਈ ਦਾ ਟਾਈਮ ਹੈ, ਹਰੇ ਵੇਲੇ ਯਾਦ ਜਾਂਦੀਆਂ। ਸਾਨੂੰ ਫਿਕਰ ਨਹੀਂ ਸੀ ਕੋਈ ਵੀ ਉਹਨਾਂ ਦੇ ਹੁੰਦੇ, ਮਤਲਬ ਕੋਈ ਮੱਝਾਂ ਦਾ ਕੰਮ ਹੈ, ਕੋਈ ਵੀ ਕੰਮ ਹੈ, ਸਾਨੂੰ ਫਿਕਰ ਨਹੀਂ ਸੀ ਵੀ ਉਹ ਆਪੇ ਕਰ ਲੈਣਗੇ। ਸਾਨੂੰ ਮਤਲਬ ਅੱਜ ਤੱਕ ਕੰਮ ਕਰਨ ਦੀ ਜ਼ਰੂਰਤ, ਮੈਨੂੰ ਟਰੈਕਟਰ ਨਹੀਂ ਚਲਾਉਣ ਦੀ ਜ਼ਰੂਰਤ ਪਈ ਅੱਜ ਤੱਕ। ਟਰੈਕਟਰ ਉਹਨਾਂ ਨੇ ਚਲਾਇਆ, ਮੇਰਾ ਖਿਆਲ ਕਾਫੀ ਦੇਰ ਹੋ ਗਏ, ਮੇਰੀ ਵੀ 37-38 ਸਾਲ ਦੀ ਉਮਰ ਹੋ ਗਈ, ਮੈਂ ਅੱਜ ਤੱਕ ਟਰੈਕਟਰ ਨਹੀਂ ਕਦੇ ਚਲਾ ਕੇ ਦੇਖਿਆ। ਇਸ ਪਹਿਲੀ ਵਾਰ ਟਰੈਕਟਰ ਚਲਾ ਰਿਹਾ ਹਾਂ ਮੈਂ। ਤਾਂ ਵੱਡੀਆਂ ਜ਼ਿੰਮੇਵਾਰੀਆਂ ਜਦੋਂ ਪਰਿਵਾਰ ਦੇ ਵਿੱਚੋਂ ਮੋਤਬਾਰ ਜੀ ਦਾ ਤੁਰ ਜਾਣਾ ਹੁੰਦਾ, ਉਸ ਤੋਂ ਬਾਅਦ ਪਰਿਵਾਰ ਦਾ ਕੀ ਬਣਦਾ, ਕਿਸ ਤਰ੍ਹਾਂ ਜ਼ਿੰਮੇਵਾਰੀਆਂ ਸੰਭਾਲੀਆਂ ਜਾਂਦੀਆਂ ਨੇ। ਬੇਬੇ ਜੀ ਵੀ ਸਾਡੇ ਨਾਲ ਨੇ। ਬੇਬੇ ਜੀ, ਮੈਂ ਤੁਹਾਡੇ ਤੋਂ ਤਾਂ ਤੁਸੀਂ ਦੇਖ ਲਓ ਕਿ ਦਰਦ ਇੰਨਾ ਉਹਨਾਂ ਦੇ ਮਨ ਦੇ ਅੰਦਰ। ਉਹਨਾਂ ਤੋਂ ਅਸੀਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ, ਉਹ ਇਸ ਕਰਕੇ ਕਿ ਉਹਨਾਂ ਦੇ ਬੀਤ ਕੀ ਰਹੀ ਹੈ। ਉਹ ਕਹਿੰਦੇ ਕਿ ਸਾਡੇ ਤੋਂ ਬੋਲਿਆ ਵੀ ਨਹੀਂ ਜਾਂਦਾ। ਤੁਸੀਂ ਦੇਖ ਸਕਦੇ ਹੋ ਤਸਵੀਰ ਦੇ ਜ਼ਰੀਏ, ਦਰਦ ਸਮਝ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ, ਔਰ ਪਰਿਵਾਰ ਦੇ ਜੀ ਜਦੋਂ ਤੁਰਦੇ ਨੇ ਤੇ ਬੀਤਦੀ ਕੀ ਹੈ ਪਰਿਵਾਰਾਂ ਦੇ ਉੱਤੇ। ਔਰ ਦਸੰਬਰ ਦੇ ਵਿੱਚ ਗੁਰਮੀਤ ਸਿੰਘ ਜੀ ਦੀ ਸ਼ਹਾਦਤ ਹੋਈ। ਕਿਸਾਨ ਅੰਦੋਲਨ ਦੇ ਵਿੱਚ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਲੜਾਈ ਦੇ ਚੱਲਦਿਆਂ ਸ਼ਹਾਦਤਾਂ ਹੋਈਆਂ ਨੇ ਤੇ ਕਿਸਾਨ ਕਿਰਤੀਆਂ ਦੀ ਦਿਵਾਲੀ ਹੈ ਜਿਹੜੀ ਇਸ ਕਰਕੇ ਫਿੱਕੀ ਪੈ ਜਾਂਦੀ ਹੈ, ਕਾਲੀ ਹੋ ਜਾਂਦੀ ਹੈ।
ਤਿਉਹਾਰਾਂ ਦੇ ਕੋਈ ਮਾਇਨੇ ਨਹੀਂ ਬਚਦੇ ਤਾਂ ਸਰਕਾਰ ਨੂੰ ਸੁਣਨੀ ਚਾਹੀਦੀ ਹੈ, ਇਹਨਾਂ ਪਰਿਵਾਰਾਂ ਦੇ ਦੁੱਖ ਦਰਦ ਹੈ ਜਿਹੜੇ ਉਹ ਦੇਖਣੇ ਚਾਹੀਦੇ ਨੇ ਕਿ ਕਿਸ ਤਰ੍ਹਾਂ ਮਾਯੂਸ ਨੇ। ਅਸੀਂ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ ਬਾਈ ਜੀ, ਤੁਹਾਡੇ ਰਿਸ਼ਤੇ ਦੇ ਵਿੱਚ ਗੁਰਮੀਤ ਸਿੰਘ ਜੀ ਕੀ ਲੱਗਦੇ ਸੀ? ਮੇਰਾ ਜੀ ਗੁਰਮੀਤ ਸਿੰਘ ਮੇਰਾ ਚਾਚਾ ਹੈ ਜੀ। ਜੀ ਅਸੀਂ ਤਕਰੀਬਨ ਸਾਨੂੰ 25 ਕੁ ਸਾਲ ਹੋਏ ਅਲੱਗ ਹੋਇਆਂ ਨੂੰ। ਜੀ ਮੇਰਾ ਚਾਚਾ ਜੀ ਸਾਰਾ ਹੀ ਕੰਮ ਖੇਤੀਬਾੜੀ ਦਾ, ਮੱਝਾਂ ਦਾ ਉਹੀ ਕੰਮ ਕਰਦਾ ਸੀ। ਸਾਨੂੰ ਕਿਸੇ ਨੂੰ ਵੀ ਕੋਈ ਫਿਕਰ ਨਹੀਂ ਹੈ ਸੀ। ਹੁਣ ਬਹੁਤ ਵਧੀਆ ਜੀ, ਜਿੱਦਣ ਦੇ ਅਸੀਂ ਅਲੱਗ ਹੋਏ ਆ ਆਪਣਾ ਪਰਿਵਾਰ ਬਹੁਤ ਵਧੀਆ ਚਲਾ ਰਿਹਾ ਸੀ। ਇਹ ਮੇਰੇ ਚਾਚੇ ਦਾ ਮੁੰਡਾ ਬੈਠਿਆ ਜੀ, ਇਹਨੂੰ ਕੋਈ ਕੰਮ ਕਰਦਾ ਫਿਕਰ ਨਹੀਂ ਸੀ। ਖੇਤੀਬਾੜੀ ਮੱਝਾਂ ਦਾ ਸਾਰਾ ਕੰਮ ਕਾਰ ਉਹੀ ਕਰਦਾ ਸੀ। ਜਿੱਦਣ ਉਹ ਗਏ ਆ ਇੱਥੋਂ 6 ਦਸੰਬਰ ਨੂੰ ਇਕੱਠੇ ਹੋ ਕੇ, ਖੁਦ ਆਪ ਇਕੱਠੇ ਕਰਕੇ ਪਿੰਡ ਚੋਂ ਟਰੈਕਟਰ ਟਰਾਲੀ ਲੈ ਕੇ ਆਪ ਗਿਆ ਜੀ। ਜਿਵੇਂ ਤੁਸੀਂ ਦੱਸਿਆ ਕਿ ਉਹ ਕਿਵੇਂ ਸ਼ਮੂਲੀਅਤ ਕਰਦੇ ਸੀ, ਖੇਤੀਬਾੜੀ ਦੇ ਵੀ ਸਾਰਾ ਕੰਮ ਆਪ ਦੇਖਦੇ ਸੀ। ਹੁਣ ਜ਼ਮੀਨ ਖੋਹਣ ਦੀ ਲੜਾਈ ਲੜੀ ਜਾ ਰਹੀ ਹੈ ਜਿਹੜੀ ਕਿ ਉਹਨੂੰ ਬਚਾਉਣਾ ਹੈ, ਕਿ ਕਿਵੇਂ ਜ਼ਮੀਨ ਖੋਈ ਜਾ ਰਹੀ ਹੈ, ਕਾਰਪੋਰੇਟ ਨੂੰ ਦਿੱਤੀ ਜਾ ਰਹੀ ਹੈ। ਕਾਨੂੰਨਾਂ ਬਾਰੇ ਤੁਹਾਡੀ ਸਮਝ 'ਚ ਕੀ ਪੈਂਦਾ? ਇੰਨੀਆਂ ਸ਼ਹਾਦਤਾਂ ਵੀ ਹੋ ਗਈਆਂ, ਫਿਰ ਵੀ ਸਮਝ ਕਿਉਂ ਨਹੀਂ ਆਉਂਦੀ ਸਰਕਾਰ ਨੂੰ? ਇਹੀ ਤਾਂ ਸਾਡੇ ਸਮਝ ਨਹੀਂ ਆ ਰਹੀ। ਅਸੀਂ ਤਾਂ ਮੋਦੀ ਸਾਹਿਬ ਨੂੰ, ਪ੍ਰਧਾਨ ਮੰਤਰੀ ਜੀ ਨੂੰ ਇਹੀ ਕਹਿੰਦੇ ਆ ਜੀ, ਦੇਖੋ ਕਿਤਨੀਆਂ ਮੌਤਾਂ ਹੋ ਗਈਆਂ ਜੀ, ਇਹ ਕਾਨੂੰਨ ਵਾਪਸ ਲੈ ਲਓ ਜੀ। 1 ਸਾਲ ਹੋ ਗਏ ਦਿੱਲੀ ਬਾਰਡਰ ਤੇ ਬੰਦੇ ਬੈਠੇ ਆ ਜੀ, ਹੈਰਾਨ ਹੋ ਰਹੇ ਆ, ਘਰ ਤੋਂ ਬੇਘਰ ਹੋਏ ਵੇ ਆ। ਆਪਾਂ ਹੱਥ ਬੰਨ੍ਹ ਕੇ ਬੇਨਤੀ ਮੋਦੀ ਸਾਹਿਬ ਤੋਂ ਇਹੀ ਕਰਦੇ ਆ ਜੀ, ਇਹ ਕਾਨੂੰਨ ਵਾਪਸ ਲੈ ਲਓ। ਜਿਵੇਂ ਤੁਸੀਂ ਕਿਹਾ ਕਿ ਬੇਨਤੀਆਂ ਕਰ ਰਹੇ ਹੋ, ਬੇਨਤੀਆਂ ਪ੍ਰਵਾਨ ਨਹੀਂ ਹੋ ਰਹੀਆਂ। ਮੈਂ ਇੱਕ ਤੁਹਾਡੇ ਤੋਂ ਇਹ ਗੱਲ ਜਾਣਨੀ ਚਾਹੁੰਦਾ ਕਿ ਜਿਵੇਂ ਬਾਪੂ ਜੀ ਦੀ ਸ਼ਹਾਦਤ ਹੁੰਦੀ ਹੈ ਸਿੰਘੂ ਬਾਰਡਰ ਤੇ, ਇਸੇ ਤਰ੍ਹਾਂ ਲਖੀਮਪੁਰ ਖੀਰੀ ਦੇ ਵਿੱਚ ਵੀ ਇੱਕ ਵੱਡੀ ਘਟਨਾ ਵਾਪਰੀ। ਹੋਰ ਵੀ ਤਮਾਮ 700 ਦੇ ਕਰੀਬ ਆ ਜਿਹੜੀ ਗਿਣਤੀ ਦੱਸੀ ਜਾਂਦੀ ਹੈ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕਿ ਸ਼ਹਾਦਤਾਂ ਹੋ ਗਈਆਂ। ਇਹ ਸ਼ਹਾਦਤਾਂ ਦੇ ਚਲਦਿਆਂ ਦੀ ਕਹਾਣੀ ਕੀ ਸਮਝ ਆਉਂਦੀ ਹੈ? ਜਿਵੇਂ ਤਿਉਹਾਰ ਸਾਰੇ ਫਿੱਕੇ ਪੈ ਜਾਂਦੇ ਆ ਉਹਨਾਂ ਪਰਿਵਾਰਾਂ ਨੂੰ, ਖਾਸ ਕਰਕੇ ਇਹਨਾਂ ਪੀੜਤ ਪਰਿਵਾਰਾਂ ਦਾ ਜੇਕਰ ਤੁਸੀਂ ਦਰਦ ਪਹੁੰਚਾਉਣਾ ਹੋਵੇ ਸਰਕਾਰੀ ਦਰਬਾਰੇ ਤਾਂ 2 ਸ਼ਬਦਾਂ ਦੇ ਵਿੱਚ ਕੀ ਕਹਿਣਾ ਚਾਹੋਗੇ? ਆਪਾਂ ਤਾਂ ਇਹੀ ਕਹਿੰਦੇ ਆ ਜੀ, ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਮੋਦੀ ਸਾਹਿਬ ਨੂੰ ਵੀ ਆਪਣੇ ਆਪਣੇ ਕੰਮਕਾਰ ਕਰਨ ਲੋਕ ਸਾਰੇ, ਇਹ ਕਾਨੂੰਨ ਵਾਪਸ ਲੈ ਲਓ ਜੀ, ਤਾਂ ਜੋ ਜਿਹੜੇ ਲੋਕ ਰੁਲ ਰਹੇ ਆ ਉੱਥੇ ਆਪਣੇ ਵਾਪਸ ਆ ਜਾਏ। ਛੋਟੇ ਮੋਟੇ ਕੰਮਕਾਰ ਹੈ, ਛੋਟੇ ਜ਼ਿਮੀਂਦਾਰ ਹੈ, ਆਪਣੇ ਆਪਣੇ ਕੰਮਕਾਰ ਕਰਨ ਦੀ ਘਰ ਆ ਕੇ, ਬਸ ਇਤਨਾ ਹੀ ਕਹਿ ਸਕਦੇ ਆ ਜੀ। ਤਾਂ ਤੁਸੀਂ ਦੇਖ ਲਓ ਕਿ ਸ਼ਹਾਦਤ ਹੋ ਜਾਂਦੀ ਹੈ ਪਰਿਵਾਰਾਂ ਦੇ ਵਿੱਚੋਂ, ਫਿਰ ਵੀ ਖੂਨ ਤਾਂ ਖੌਲਦਾ ਅੰਦਰੋਂ ਅੰਦਰੀ, ਪਰ ਇਹ ਬੇਨਤੀਆਂ ਕਰ ਰਹੇ ਨੇ ਕਿ ਕਾਨੂੰਨ ਰੱਦ ਹੋ ਜਾਣ, ਸਾਨੂੰ ਹੋਰ ਕੁਝ ਨਹੀਂ ਚਾਹੀਦਾ, ਅਸੀਂ ਆਪਣੇ ਕੰਮਕਾਜ ਸਾਂਭ ਸਕਦੇ ਹਾਂ। ਤੇ ਜਿਹੜੇ ਸ਼ਹੀਦ ਹੋਏ ਇਸ ਪਰਿਵਾਰ ਦੇ ਵਿੱਚੋਂ ਜੀ, ਉਹਨਾਂ ਦੇ 2 ਪੋਤੇ ਵੀ ਨੇ, ਸਕੂਲ ਵੀ ਜਾਂਦੇ ਨੇ। ਸਕੂਲਾਂ ਦੇ ਵਿੱਚ ਕੀ ਸਿਖਾਇਆ ਜਾਂਦਾ ਹੈ ਔਰ ਬਾਹਰ ਕੀ ਚੱਲਦਾ ਹੈ, ਇਹਨਾਂ ਦੋਵਾਂ ਦੇ ਵਿੱਚ ਵੱਡਾ ਅੰਤਰ ਹੁੰਦਾ ਹੈ। ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਜੀ, ਤੁਹਾਡਾ ਨਾਮ ਕੀ ਹੈ? ਜਸ਼ਨਪ੍ਰੀਤ ਸਿੰਘ। ਜਸ਼ਨ, ਬਾਪੂ ਜੀ ਦੀ ਸ਼ਹਾਦਤ ਹੋਈ, ਤੁਹਾਨੂੰ ਜਦੋਂ ਪਤਾ ਲੱਗਿਆ ਖੇਤੀ ਕਾਨੂੰਨਾਂ ਤੇ, ਤੁਸੀਂ ਵੀ ਬਾਪੂ ਜੀ ਨਾਲ ਗਏ ਹੋਵੋਗੇ ਸਿੰਘੂ ਬਾਰਡਰ ਤੇ, ਤਾਂ ਕਿਸ ਤਰ੍ਹਾਂ ਦਾ ਮਾਹੌਲ ਰਿਹਾ ਉੱਥੇ? ਕੀ ਸਿੱਖਣ ਨੂੰ ਮਿਲਿਆ ਤੁਹਾਨੂੰ ਦਿੱਲੀ ਬਾਰਡਰ ਤੇ ਜਾ ਕੇ? ਉੱਥੇ ਮੈਂ ਗਿਆ ਸੀ, ਮੇਰੇ ਦਾਦਾ ਜੀ ਦੀ ਸ਼ਹਾਦਤ ਤੋਂ ਬਾਅਦ ਮੈਂ ਉੱਥੇ ਗਿਆ ਸੀ ਜਨਵਰੀ ਮਹੀਨੇ 'ਚ, ਦਾਦਾ ਜੀ ਦੇ ਭੋਗ ਤੋਂ ਬਾਅਦ। ਫਿਰ ਮੈਂ ਉੱਥੇ ਦੇਖਿਆ ਵੀ ਜਿਹੜੇ ਕਿਸਾਨ ਲੜ ਰਹੇ ਨੇ, ਕਹਿੰਨੇ ਡਟ ਕੇ ਬੈਠੇ ਨੇ ਉੱਥੇ, ਆਪਣੇ ਪੱਕੇ ਮਕਾਨ ਬਣਾਏ ਹੋਏ ਨੇ। ਵੀ ਮੈਂ ਤਾਂ ਇਹ ਚਾਹੁੰਦਾ ਵੀ ਜਿਹੜੇ ਕਾਲੇ ਕਾਨੂੰਨ ਬਣਾਏ ਆ ਸਰਕਾਰ ਨੇ, ਰੱਦ ਹੋਣੇ ਚਾਹੀਦੇ ਨੇ। ਤਾਂ ਉੱਥੇ ਟਰਾਲੀਆਂ ਦੇ ਵਿੱਚ ਬੈਠ ਕੇ, ਜਿਵੇਂ ਤੁਸੀਂ ਕਿਹਾ ਪੱਕੇ ਘਰ ਨੇ, ਤਾਂ ਉੱਥੇ ਕਿਸ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਸੀ? ਕਿਉਂਕਿ ਕਿਹਾ ਇਹ ਜਾਂਦਾ ਸਰਕਾਰ ਵੱਲੋਂ ਕਈ ਵਾਰੀ ਤਾਂ ਜਿਹੜੇ ਟੈਗ ਦਿੱਤੇ ਜਾਂਦੇ ਆ ਕਿ ਇੱਥੇ ਇਹ ਅੱਤਵਾਦੀ ਨੇ, ਖਾਲਿਸਤਾਨੀ ਨੇ, ਇਸ ਤਰ੍ਹਾਂ ਦੀਆਂ ਗੱਲਾਂ ਵੀ ਹੁੰਦੀਆਂ। ਤਾਂ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੋਗੇ? ਉੱਥੇ ਕਿਹੜੇ ਲੋਕ ਬੈਠੇ ਨੇ ਬਾਰਡਰਾਂ 'ਤੇ? ਉੱਥੇ ਤਾਂ ਜੀ ਕਿਸਾਨ ਬੈਠੇ ਨੇ, ਸ਼ਾਂਤਮਈ ਧਰਨਾ ਲਾਈ ਬੈਠੇ ਨੇ, ਆਪਣੀ ਟਰਾਲੀਆਂ 'ਚ ਬੈਠੇ ਨੇ। ਉੱਥੇ ਨੇ ਪੱਕਾ ਮੋਰਚਾ ਲਾਇਆ ਹੋਇਆ ਜੀ, ਉੱਥੇ ਆਪਣੇ ਬਾਰਡਰ ਉਹਨਾਂ ਨੇ ਸੀਲ ਕੀਤੇ ਹੋਏ ਨੇ ਅੱਗੇ ਹੀ। ਉਹ ਤਾਂ ਬਸ ਉੱਥੇ ਬੈਠ ਕੇ ਆਪਣਾ ਧਰਨਾ ਲਾ ਰਹੇ ਨੇ ਤੇ ਉਹਨਾਂ ਦੀ ਬਸ ਇੱਕ ਮੰਗ ਹੈ, ਕਾਲੇ ਕਾਨੂੰਨ ਰੱਦ ਹੋ ਜਾਣ ਤੇ ਬਾਕੀ ਸਾਰੇ ਕਿਸਾਨ ਆਪਣੇ ਘਰ ਨੂੰ ਚਲੇ ਜਾਣ ਤੇ ਸੁੱਖੀ ਸ਼ਾਂਤੀ ਆਪਣੇ ਘਰੋਂ ਚਲੇ ਜਾਣ, ਤੇ ਤਾਂ ਕਿ ਕੋਈ ਹੋਰ ਕਿਸਾਨ ਪਰਿਵਾਰ ਸ਼ਹੀਦ ਨਾ ਹੋ ਸਕੇ। ਤੇ ਬਾਪੂ ਜੀ ਹੋਰੀ ਜਦੋਂ ਸਿੰਘੂ ਬਾਰਡਰ ਤੇ ਗਏ ਸੀ, ਸ਼ਹਾਦਤ ਹੋਣ ਤੋਂ ਪਹਿਲਾਂ ਫੋਨ ਤੇ ਤੁਸੀਂ ਪੁੱਛਿਆ ਹੋਣਾ ਹਾਲ ਚਾਲ, ਕਿਸ ਤਰ੍ਹਾਂ ਦਾ ਮਾਹੌਲ ਹੈ? ਕੋਈ ਗੱਲ ਉਹਨਾਂ ਦੇ ਅਖੀਰਲੀ ਕੀ ਸੀ? ਕਿਹੜੇ ਸੀ ਆਖਰੀ ਸ਼ਬਦ ਜਿਹੜੇ ਤੁਹਾਨੂੰ ਯਾਦ ਹੈ ਕਿ ਬਾਪੂ ਨੇ ਇਹ ਗੱਲ ਕਹੀ ਸੀ ਕਾਨੂੰਨਾਂ ਬਾਰੇ ਜਾਂ ਅੰਦੋਲਨ ਬਾਰੇ? ਉਹਨਾਂ ਨੇ ਕਿਹਾ ਸੀ ਵੀ ਉਹ ਮੰਨਣਗੇ ਤਾਂ ਜ਼ਰੂਰ ਵੀ ਜੰਗ ਲੰਬੀ ਲੜੀ ਜਾਊਗੀ। ਤਾਂ ਤੁਸੀਂ ਦੇਖ ਲਓ, ਮਾਸੂਮ ਬੱਚਿਆਂ ਦੀ ਜ਼ੁਬਾਨ ਤੋਂ ਵੀ ਸੁਣਿਆ ਜਾ ਸਕਦਾ ਹੈ ਆਪਣੇ ਬਜ਼ੁਰਗਾਂ ਤੋਂ ਉਹਨਾਂ ਨੇ ਕੀ ਸੁਣਿਆ ਔਰ ਕੀ ਸਿੱਖਿਆ। ਬੱਚੇ ਦੀ ਜ਼ੁਬਾਨ ਹੈ ਜਿਹੜੀ ਉਹ ਖੇਤੀ ਕਾਨੂੰਨਾਂ ਦੇ ਖਿਲਾਫ ਹੈ। ਤਾਂ ਮੈਂ ਤੁਹਾਡੇ ਤੋਂ ਆਖਰੀ ਸਵਾਲ ਕਰਨਾ ਚਾਹੁੰਦਾ ਜੀ, ਖੇਤੀ ਕਾਨੂੰਨਾਂ ਦੀ ਲੜਾਈ ਲੰਬੀ ਹੈ, ਇੱਕ ਜੀ ਦੀ ਸ਼ਹਾਦਤ ਵੀ ਹੋਗੀ, ਇਸੇ ਤਰ੍ਹਾਂ तमाम ਹੋਰ ਸੈਂਕੜੇ ਦੀ ਗਿਣਤੀ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਪਰਿਵਾਰ ਜਾ ਚੁੱਕੇ ਨੇ। ਤਾਂ ਇਹ ਸਾਰੀ ਖੇਤੀ ਨੂੰ ਬਚਾਉਣ ਦੇ ਲਈ ਤੁਹਾਨੂੰ ਸਮਝ ਕੀ ਆਉਂਦਾ ਕਿ ਸਾਰੀ ਉਮਰ ਹੋ ਗਈ, ਆਪਣੀਆਂ ਜ਼ਮੀਨਾਂ ਪਹਿਲਾਂ ਤਿਆਰ ਕੀਤੀਆਂ ਬਣਾਈਆਂ, ਫਿਰ ਖੇਤੀ ਕੀਤੀ, ਘਰ ਦੇ ਗੁਜ਼ਾਰੇ ਕਿੰਨੇ ਔਖੇ ਨੇ। ਖੇਤੀ ਤੇ ਨੀਤੀ ਕੀ ਚਾਹੁੰਦੇ ਹੋ? ਜੇ ਉਹ ਕਾਨੂੰਨ ਨਹੀਂ ਚਾਹੀਦੇ ਫਿਰ ਚਾਹੀਦਾ ਕੀ ਹੈ ਤੁਹਾਨੂੰ? ਨਹੀਂ, ਕਾਨੂੰਨ ਤਾਂ ਜਿੱਦਾਂ ਮਤਲਬ ਪਹਿਲਾਂ ਜੇ ਸਰਕਾਰ ਕੁਝ ਚੰਗਾ ਨਹੀਂ ਕਰ ਸਕਦੀ ਤਾਂ ਤਕਰੀਬਨ ਪਹਿਲਾਂ ਵਾਲੇ ਹਾਲ ਤਾਂ ਰਹਿਣ ਦਿਓ। ਜਿੱਦਾਂ ਕਿਸਾਨ ਚੱਲ ਰਿਹਾ ਸੀ, ਚਲੋ ਅੱਛੀ ਆਪਣਾ ਗੁਜ਼ਾਰਾ ਕਰ ਰਿਹਾ ਸੀ। ਜੋ ਫਿਰ ਮੰਡੀਕਰਨ ਜਿਹੜਾ ਉਹ ਕਰਨਾ ਚਾਹੁੰਦੇ ਆ ਇਹ
ਜੋ ਮੰਡੀਕਰਨ ਦਾ ਜੋ ਵੀ ਮੁੱਦਾ ਚੱਲ ਰਿਹਾ MSP ਦੇ ਬਾਰੇ ਉਹ ਲਾਗੂ ਕਰਨ। ਵਧਾਉਂਦੇ ਮਤਲਬ ਡੀਜ਼ਲ ਪੈਟਰੋਲ ਦੇਖ ਲਓ ਤੁਸੀਂ ਕਿੱਥੇ ਪਹੁੰਚ ਗਿਆ, ਫਸਲ ਵੱਧਦੀ ਉਹੀ 10 ਰੁਪਏ 50 ਰੁਪਏ ਵੱਧ ਤੋਂ ਵੱਧ। ਵੀ ਇਹਨਾਂ ਦਾ ਕੋਈ ਉਹ ਹੋਣਾ ਚਾਹੀਦਾ ਨਾ, ਕੋਈ ਸਿਸਟਮ ਹੋਣਾ ਚਾਹੀਦਾ ਇਹਨਾਂ ਦਾ ਵਧਣ ਦਾ। ਜਾਂ ਤਾਂ ਕਿਸਾਨਾਂ ਨੂੰ ਮਤਲਬ ਡੀਜ਼ਲ ਪੈਟਰੋਲ ਤੇ ਵੀ ਸਬਸਿਡੀ ਮਿਲਣੀ ਚਾਹੀਦੀ ਹੈ, ਵੀ ਜਿਹੜਾ ਖੇਤੇ ਹੁਣ ਡੀਜ਼ਲ ਫੂਕ ਰਿਹਾ ਹੈ ਵੀ ਉਹ ਕਰ ਰਹੇ। ਹੁਣ ਘੱਟੋ ਘੱਟ 2000 ਦੇ ਜਾਂਦੇ ਆ, 2000 ਦਾ ਤੇਲ ਮਤਲਬ 2 ਘੰਟੇ 'ਚ ਮੁੱਕ ਜਾਂਦਾ ਜੀ। ਕਿੱਥੋਂ ਕੁ ਤੱਕ ਕਿਸਾਨ ਤਾਂ ਪਹਿਲਾਂ ਹੀ ਘਾਟੇ 'ਚ ਜਾ ਰਿਹਾ ਹੈ, ਅੱਗੋਂ ਕਾਨੂੰਨਾਂ ਨਾਲ ਤਾਂ ਹੋਰ ਉੱਪਰ ਤਾਂ ਕੀ ਜਾਏਗਾ, ਥੱਲੇ ਹੀ ਆਏਗਾ। ਤਾਂ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਹੈ ਇਸ ਪੀੜਤ ਪਰਿਵਾਰ ਦੇ ਕੋਲੋਂ ਕਿ ਚਾਹੁੰਦੇ ਕੀ ਨੇ। ਜੇ ਖੇਤੀ ਦੇ ਉਹ ਕਾਨੂੰਨ ਨਹੀਂ ਚਾਹੀਦੇ ਜਿਨ੍ਹਾਂ ਨੂੰ ਰੱਦ ਕਰਾਉਣ ਦੀ ਲੜਾਈ ਲੜੀ ਜਾ ਰਹੀ ਹੈ, ਇਹਨਾਂ ਨੇ ਕਿਹਾ ਹੈ ਕਿ ਕੀਮਤਾਂ ਆਸਮਾਨ ਛੂ ਰਹੀਆਂ ਨੇ, ਮਹਿੰਗਾਈ ਸਿਰੇ ਤੇ ਹੈ, ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵੱਧ ਨੇ, ਖੇਤੀ 'ਚੋਂ ਕੁਝ ਨਹੀਂ ਬਚਦਾ। ਜੇਕਰ ਲਾਹੇਵੰਦ ਧੰਦਾ ਬਣਾਉਣਾ ਹੈ ਤੇ ਉਸ ਦੇ ਲਈ ਅਜਿਹੇ ਕਾਨੂੰਨਾਂ ਦੀ ਲੋੜ ਹੈ ਜਿਹੜੀਆਂ ਇਹਨਾਂ ਤੇ ਠੱਲ ਪਾਵੇ, ਨਾ ਕਿ ਇਸ ਤਰ੍ਹਾਂ ਦੇ ਕਾਨੂੰਨਾਂ ਦੀ। ਤਾਂ ਸਾਡੀ ਕੋਸ਼ਿਸ਼ ਹੈ ਕਿ ਤਿਉਹਾਰ ਮੌਕੇ, ਖਾਸ ਕਰਕੇ ਦੀਵਾਲੀ ਦੇ ਮੌਕੇ, ਕਿਸਾਨ ਕਿਰਤੀਆਂ ਦੇ ਉਹ ਪਰਿਵਾਰ, ਉਹਨਾਂ ਦਾ ਦਰਦ ਕੀ ਹੈ ਉਹ ਅਸੀਂ ਬਿਆਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਰਕਾਰ ਤੱਕ ਇਹ ਗੱਲ ਜ਼ਰੂਰ ਪੁੱਜਣੀ ਚਾਹੀਦੀ ਹੈ, ਤਾਂ ਕਿ ਕਿਤੇ ਨਾ ਕਿਤੇ ਅਸਰ ਹੋਵੇ ਔਰ ਜੋ ਕਿਸਾਨ ਚਾਹੁੰਦੇ ਨੇ, ਮਜ਼ਦੂਰ ਚਾਹੁੰਦੇ ਨੇ, ਉਹ ਮਿਲਣਾ ਚਾਹੀਦਾ ਹੈ, ਨਾ ਕਿ ਧੱਕੇ ਦੇ ਨਾਲ ਕੋਈ ਗੱਲ ਜਾਂ ਕੋਈ ਕਾਨੂੰਨ ਥੋਪਿਆ ਜਾਵੇ। ਸਾਥੀ ਕੈਮਰਾਮੈਨ ਗੁਰਵਿੰਦਰ ਸਿੰਘ ਦੇ ਨਾਲ ਸੰਦੀਪ ਲਾਦੂਕਾ, ਦ ਸਮਰ ਨਿਊਜ਼, कंडाला। लेट मी टेल यू फ्रीडम क्या है। फ्रीडम अधूरी नींद से, फ्रीडम शोल्डर और कमर के दर्द से, फ्रीडम सुबह के चिड़चिड़ेपन से। हमें पता है 8 घंटों की सुकून वाली नींद कितनी जरूरी है। अब अपने ही घर में किसी 5 स्टार होटल के लग्जूरियस मैट्रेस पर आने वाली शानदार नींद के लिए चुने फ्रीडम मैट्रेस। कंफर्टेबल, लॉन्ग लास्टिंग, वैल्यू फॉर मनी और लाइफ टाइम वारंटी के साथ नेक्स्ट जनरेशन मैट्रेस फ्रीडम मैट्रेस।